ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਸਮਤਾਪ ਮੰਡਲ ਤੋਂ ਬਾਅਦ ਫਿਰ ਅਸੀਂ ਮੱਧਵਰਤੀ ਪੜ੍ਹਿਆ ਸੀ ਅਤੇ ਅੱਜ ਅਸੀਂ ਤਾਪ ਮੰਡਲ ਬਾਰੇ ਪੜ੍ਹਾਂਗੇ। ਕਿਉਂਕਿ ਅਸੀਂ ਪਾਠ ਨੰਬਰ 4 ਵਾਯੂਮੰਡਲ ਅਤੇ ਤਾਪਮਾਨ ਪੜ੍ਹ ਰਹੇ ਹਾਂ, ਜਿਸ ਦੇ ਵਿੱਚ ਅਸੀਂ ਸਾਡੇ ਵਾਯੂਮੰਡਲ ਦੀਆਂ ਪਰਤਾਂ ਲੇਅਰਜ਼ ਆਫ ਐਟਮੋਸਫੇਅਰ ਕਰ ਰਹੇ ਸੀ। ਸਭ ਤੋਂ ਪਹਿਲੀ ਕੀਤੀ ਸੀ ਟ੍ਰੋਪੋਸਫੀਅਰ ਅਸ਼ਾਂਤੀ ਮੰਡਲ, ਜਿਸ ਦੀ ਔਸਤ ਉਚਾਈ ਐਵਰੇਜ ਹਾਈਟ 12 ਕਿਲੋਮੀਟਰ ਹੁੰਦੀ ਹੈ ਅਤੇ ਭੂਮਧ ਰੇਖਾ ਓਕੇਟਰ 'ਤੇ ਇਸ ਦੀ ਉਚਾਈ 16 ਤੋਂ 18 ਅਤੇ ਪੋਲਸ 'ਤੇ ਧਰੁਵਾਂ 'ਤੇ 6 ਤੋਂ 8। ਅਤੇ ਜੋ ਵੀ ਸਾਡੇ ਮੀਂਹ ਹਨੇਰੀ ਹੁੰਦਾ ਹੈ ਸਾਰਾ ਸਾਡੇ ਅਸ਼ਾਂਤੀ ਮੰਡਲ ਵਿੱਚ ਹੁੰਦਾ ਹੈ ਅਤੇ ਸਾਰੇ ਵਾਯੂਮੰਡਲ ਦੀ 75% ਹਵਾ ਇਸੇ ਪਰਤ ਵਿੱਚ ਪਾਈ ਜਾਂਦੀ ਹੈ। ਸਾਰੇ ਵਾਯੂਮੰਡਲ ਦੀ 75% ਹਵਾ ਇਸੇ ਪਰਤ ਵਿੱਚ ਪਾਈ ਜਾਂਦੀ ਹੈ। ਫਿਰ ਅਸੀਂ ਇਸ ਤੋਂ ਬਾਅਦ ਪੜ੍ਹਿਆ ਸੀ ਸਮਤਾਪ ਮੰਡਲ ਸਟ੍ਰੈਟੋਸਫੀਅਰ, ਭਾਵ ਇੱਥੇ ਜਿਹੜਾ ਤਾਪਮਾਨ ਆ ਉਹ ਸਮ ਬਰਾਬਰ ਰਹਿੰਦਾ ਹੈ ਅਤੇ ਇਸ ਦੀ ਜੋ ਹਾਈਟ ਇਸ ਦੀ ਹੈ 55 ਕਿਲੋਮੀਟਰ ਤੱਕ, ਲਗਭਗ 50 ਕਿਲੋਮੀਟਰ ਤੱਕ ਇਹਦਾ ਜੋ ਸਮਤਾਪ ਸੀਮਾ ਹੈ 50 ਕਿਲੋਮੀਟਰ 'ਤੇ ਸਮਤਾਪ ਸੀਮਾ ਆ ਜਾਂਦੀ ਹੈ। ਅਤੇ ਸਾਡੇ ਜਿਹੜੀ ਓਜ਼ੋਨ ਪਰਤ ਹੈ ਉਹ ਸਮਤਾਪ ਮੰਡਲ ਦੇ ਵਿੱਚ ਪਾਈ ਜਾਂਦੀ ਹੈ, ਜੋ ਪਰਾਬੈਂਗਨੀ ਹਾਨੀਕਾਰਕ ਕਿਰਨਾਂ ਤੋਂ ਸਾਨੂੰ ਬਚਾਉਂਦੀ ਹੈ। ਜੋ ਇਸ ਦੀ ਉਚਾਈ ਰੁੱਤ ਹਿਸਾਬ ਨਾਲ ਬਦਲਦੀ ਰਹਿੰਦੀ ਹੈ ਅਤੇ 15 ਕਿਲੋਮੀਟਰ ਇਸ ਦੀ ਉਚਾਈ ਭੂਮਧ ਰੇਖਾ 'ਤੇ ਇਸ ਦੀ ਉਚਾਈ 15 ਕਿਲੋਮੀਟਰ ਅਤੇ 60 ਅਕਸ਼ਾਂਸ਼ ਭਾਵ 60 ਡਿਗਰੀ ਲੈਟੀਟਿਊਡ ਤੋਂ ਉੱਪਰ ਜਾ ਕੇ ਇਸ ਦੀ ਜੋ ਹਾਈਟ ਹੈ ਉਹ 10 ਕਿਲੋਮੀਟਰ ਹੋ ਜਾਂਦੀ ਹੈ, ਉੱਥੋਂ ਸ਼ੁਰੂ ਹੋ ਜਾਂਦੀ ਹੈ। ਅਤੇ ਜੋ ਜਹਾਜ਼ ਵਗੈਰਾ ਉੱਡਦੇ ਹਨ ਸਾਡੇ, ਉਹ ਸਾਰੇ ਸਮਤਾਪ ਮੰਡਲ 'ਚ ਉੱਡਦੇ ਹਨ। ਫਿਰ ਮੱਧਵਰਤੀ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਮੀਜ਼ੋਸਫੀਅਰ। ਇਹ 50 ਤੋਂ ਲੈ ਕੇ 80 ਕਿਲੋਮੀਟਰ ਤੱਕ ਫੈਲੀ ਹੋਈ ਹੈ। ਇਸ ਵਿੱਚ ਤਾਪਮਾਨ ਲਗਾਤਾਰ ਘਟਦਾ ਹੈ ਅਤੇ 80 ਕਿਲੋਮੀਟਰ 'ਤੇ ਜਾ ਕੇ ਤਾਂ ਤਾਪਮਾਨ -90 ਡਿਗਰੀ ਸੈਲਸੀਅਸ ਹੋ ਜਾਂਦਾ ਹੈ। ਮੱਧਵਰਤੀ ਮੰਡਲ ਦੀ ਉੱਪਰਲੀ ਸੀਮਾ ਨੂੰ ਮੱਧਵਰਤੀ ਸੀਮਾ ਕਿਹਾ ਜਾਂਦਾ ਹੈ। ਇਸ ਸੀਮਾ ਤੋਂ ਅੱਗੇ ਤਾਪਮਾਨ ਉੱਪਰ ਵੱਲ ਫਿਰ ਵਧਣਾ ਸ਼ੁਰੂ ਹੋ ਜਾਂਦਾ। ਦੇਖੋ, ਸਭ ਤੋਂ ਪਹਿਲਾਂ ਅਸੀਂ ਟ੍ਰੋਪੋਸਫੀਅਰ ਅਸ਼ਾਂਤੀ ਮੰਡਲ ਕੀਤਾ। ਉਸ ਦੇ ਵਿੱਚ ਉਚਾਈ 'ਤੇ ਜਾਣ ਨਾਲ ਤਾਪਮਾਨ ਘਟਦਾ ਹੈ, ਜੋ 5 ਡਿਗਰੀ ਤੋਂ ਲੈ ਕੇ 6 ਡਿਗਰੀ ਸੈਲਸੀਅਸ ਪ੍ਰਤੀ ਕਿਲੋਮੀਟਰ ਦਰ ਨਾਲ ਘਟਦਾ ਜਾਂਦਾ ਹੈ। ਸਮਤਾਪ ਮੰਡਲ ਦੇ ਵਿੱਚ ਜੋ ਤਾਪਮਾਨ ਹੈ, ਟੈਂਪਰੇਚਰ ਹੈ, ਉਹ ਕੌਂਸਟੈਂਟ ਰਹਿੰਦਾ ਹੈ, ਭਾਵ ਉੱਥੇ ਨਾ ਤਾਪਮਾਨ ਵੱਧਦਾ ਹੈ ਨਾ ਘਟਦਾ ਹੈ। ਤਾਂਹੀਓ ਉੱਥੇ ਜੋ ਏਅਰ ਪ੍ਰੈਸ਼ਰ ਹੈ ਉਹ ਸੇਮ ਰਹਿੰਦਾ ਹੈ ਅਤੇ ਤਾਂ ਕਰਕੇ ਉੱਥੇ ਜਹਾਜ਼ ਉੱਡਦੇ ਹਨ। ਅਤੇ ਮੱਧਵਰਤੀ ਮੀਜ਼ੋਸਫੀਅਰ, ਇੱਥੇ ਫਿਰ ਉਚਾਈ ਦੇ ਹਿਸਾਬ ਨਾਲ ਜਿਉਂ ਉੱਪਰ ਜਾਂਦੇ ਹਾਂ 80 ਕਿਲੋਮੀਟਰ ਤੱਕ ਜਾ ਕੇ ਇਸਦਾ ਤਾਪਮਾਨ -90 ਡਿਗਰੀ ਸੈਲਸੀਅਸ ਹੋ ਜਾਂਦਾ ਹੈ। ਅਤੇ ਇਸ ਤੋਂ ਉੱਪਰ ਜਦੋਂ ਫਿਰ ਜਾਂਦੇ ਹਾਂ ਤਾਂ ਫਿਰ ਕੀ ਹੁੰਦਾ ਗਾ, ਫਿਰ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਤਾਂ ਸਭ ਤੋਂ ਜਿਹੜੀ 4th ਲੇਅਰ ਹੈ ਉਹ ਹੈ ਥਰਮੋਸਫੀਅਰ ਤਾਪ ਮੰਡਲ, ਜੋ ਅਸੀਂ ਅੱਜ ਪੜ੍ਹਾਂਗੇ। ਮੱਧਵਰਤੀ ਸੀਮਾ ਤੋਂ ਉੱਪਰ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ, ਇਸ ਕਰਕੇ ਇਸ ਪਰਤ ਨੂੰ ਤਾਪ ਮੰਡਲ ਆਖਦੇ ਹਨ, ਥਰਮੋਸਫੀਅਰ ਕਿਹਾ ਜਾਂਦਾ ਹੈ। ਇਸ ਮੰਡਲ ਵਿੱਚ ਗੈਸਾਂ ਦੀ ਮਾਤਰਾ ਘੱਟ ਹੁੰਦੀ ਹੈ, ਭਾਵ ਇਸ ਦੇ ਵਿੱਚ ਕਿਉਂਕਿ ਜੋ ਸਾਡੀ 75% ਹਵਾ, ਸਾਡੇ 75% ਗੈਸਿਜ਼ ਨੇ, ਉਹ ਤਾਂ ਅਸ਼ਾਂਤੀ ਮੰਡਲ ਸਾਡੇ ਪਹਿਲੇ ਲੇਅਰ ਟ੍ਰੋਪੋਸਫੀਅਰ 'ਚ ਹੀ ਰਹਿ ਜਾਂਦੀਆਂ ਨੇ। ਅਤੇ ਉੱਪਰ ਜਾਣ 'ਤੇ ਜੋ ਗੈਸਿਜ਼ ਦੀ ਮਾਤਰਾ ਹੁੰਦੀ ਹੈ ਉਹ ਘਟਦੀ ਜਾਂਦੀ ਹੈ। ਤਾਪ ਮੰਡਲ ਵਿੱਚ ਸਭ ਤੋਂ ਹੇਠਲੀ ਪਰਤ ਨੂੰ ਆਇਨ ਮੰਡਲ ਕਹਿੰਦੇ ਹਨ, ਆਇਨੋਸਫੀਅਰ। ਤਾਪ ਮੰਡਲ ਵਿਚਲੀ ਸਭ ਤੋਂ ਹੇਠਲੀ ਪਰਤ ਨੂੰ ਆਇਨ ਮੰਡਲ ਜਾਂ ਆਇਨੋਸਫੀਅਰ ਕਿਹਾ ਜਾਂਦਾ ਹੈ, ਜੋ ਕਿ ਵਾਯੂਮੰਡਲ ਦੇ 100 ਕਿਲੋਮੀਟਰ ਤੋਂ ਲੈ ਕੇ 300 ਕਿਲੋਮੀਟਰ ਦੀ ਉਚਾਈ ਤੱਕ ਹੈ। ਆਇਨ ਮੰਡਲ ਵਿੱਚ ਬਹੁਤ ਬਿਜਲੀ ਅਣੂ ਪਾਏ ਜਾਂਦੇ ਹਨ, ਜਿਹੜੇ ਰੇਡੀਓ ਤਰੰਗਾਂ ਨੂੰ ਧਰਤੀ 'ਤੇ ਵਾਪਸ ਮੁੜਨ ਵਿੱਚ ਸਹਾਇਤਾ ਕਰਦੇ ਹਨ। ਜੋ ਰੇਡੀਓ ਵੇਵਜ਼ ਹੁੰਦੀਆਂ ਨੇ ਉਹ ਧਰਤੀ ਤੋਂ ਵਾਪਸ ਆ ਜਾਂਦੀਆਂ ਨੇ ਸਾਡੇ ਤਾਪ ਮੰਡਲ ਥਰਮੋਸਫੀਅਰ ਤੋਂ ਵਾਪਸ ਹੋ ਕੇ। ਵਾਯੂਮੰਡਲ ਦੀ ਬਾਹਰਲੀ ਪਰਤ ਨੂੰ ਬਾਹਰੀ ਮੰਡਲ ਜਾਂ ਐਗਜ਼ੋਸਫੀਅਰ ਕਿਹਾ ਜਾਂਦਾ ਹੈ। ਇਸ ਪਰਤ ਵਿੱਚ ਬਹੁਤ ਘੱਟ ਘਣਤਾ ਵਾਲੀਆਂ ਗੈਸਾਂ ਹਾਈਡਰੋਜਨ ਅਤੇ ਹੀਲੀਅਮ ਹੁੰਦੀਆਂ ਹਨ, ਭਾਵ ਇਸ ਵਿੱਚ ਜੋ ਗੈਸਿਜ਼ ਹੁੰਦੀਆਂ ਉਹ ਮਾਤਰਾ ਉੱਪਰ ਜਾਂਦੇ ਘਟਦੀ ਜਾਂਦੀ ਹੈ ਅਤੇ ਅਖੀਰ 'ਤੇ ਜਾ ਕੇ ਲੋ ਡੈਂਸਿਟੀ ਗੈਸਿਜ਼ ਹਾਈਡਰੋਜਨ ਐਂਡ ਹੀਲੀਅਮ ਰਹਿ ਜਾਂਦੀਆਂ ਹਨ। ਪਹਿਲਾ ਕੁਐਸਚਨ, ਤਾਪ ਮੰਡਲ ਕਿਸ ਨੂੰ ਆਖਦੇ ਹਨ?
ਮੱਧਵਰਤੀ ਸੀਮਾ ਤੋਂ ਉੱਪਰ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ, ਇਸ ਕਰਕੇ ਇਸ ਪਰਤ ਨੂੰ ਤਾਪ ਮੰਡਲ ਆਖਦੇ ਹਨ। ਬਾਹਰੀ ਮੰਡਲ ਕਿਸ ਨੂੰ ਆਖਦੇ ਹਨ? ਵਾਯੂਮੰਡਲ ਦੀ ਬਾਹਰੀ ਪਰਤ ਨੂੰ ਬਾਹਰੀ ਮੰਡਲ ਆਖਦੇ ਹਨ। ਖਾਲੀ ਥਾਵਾਂ। ਤਾਪ ਮੰਡਲ ਵਿੱਚ ਗੈਸਾਂ ਦੀ ਮਾਤਰਾ, ਤਾਪ ਮੰਡਲ ਵਿੱਚ ਜੋ ਗੈਸਾਂ ਦੀ ਮਾਤਰਾ ਉਹ ਕੀ ਹੁੰਦਾ ਗਾ? ਬਹੁਤ ਘੱਟ। ਤਾਪ ਮੰਡਲ ਵਿੱਚ ਗੈਸਾਂ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਬਾਹਰੀ ਮੰਡਲ ਵਿੱਚ ਬਹੁਤ ਘੱਟ ਘਣਤਾ ਵਾਲੀਆਂ ਗੈਸਾਂ ਹਾਈਡਰੋਜਨ ਅਤੇ ਹੀਲੀਅਮ ਹੁੰਦੀਆਂ ਹਨ। ਹਾਈਡਰੋਜਨ ਅਤੇ ਹੀਲੀਅਮ ਲੋ ਡੈਂਸਿਟੀ ਗੈਸੇਜ। ਸਹੀ ਜਾਂ ਗਲਤ? ਤਾਪ ਮੰਡਲ ਵਿਚਲੀ ਸਭ ਤੋਂ ਉੱਪਰਲੀ ਪਰਤ ਨੂੰ ਆਇਨ ਮੰਡਲ ਆਖਦੇ ਹਨ। ਗਲਤ। ਸਭ ਤੋਂ ਹੇਠਲੀ ਪਰਤ ਨੂੰ ਕਹਿੰਦੇ ਨੇ, ਉੱਪਰਲੀ ਨੂੰ ਨਹੀਂ। ਸਭ ਤੋਂ ਹੇਠਲੀ ਪਰਤ ਨੂੰ ਆਇਨੋਸਫੀਅਰ ਕਿਹਾ ਜਾਂਦਾ ਹੈ। ਜੋ ਸਾਡੀ ਇਹ ਆਇਨੋਸਫੀਅਰ ਆ, ਆਇਨ ਮੰਡਲ ਹੈ, ਇਸ ਦਾ ਫਾਇਦਾ ਕੀ ਹੈ? ਜੋ ਤੁਹਾਡੇ ਵਾਇਰਲੈਸ ਸੰਚਾਰ ਹੁੰਦਾ ਹੈ, ਇਹ ਸਾਰਾ ਕੁਝ ਇਸੇ ਕਰਕੇ ਹੁੰਦਾ, ਆਇਨੋਸਫੀਅਰ ਕਰਕੇ, ਆਇਨੋ ਮੰਡਲ ਕਰਕੇ। ਅਤੇ ਕਿਹੜੀ ਪਰਤ 'ਚ ਪਾਇਆ ਜਾਂਦਾ? ਚੌਥੀ ਪਰਤ, ਤਾਪ ਮੰਡਲ 'ਚ। ਥਰਮੋਸਫੀਅਰ 'ਚ ਇਹ ਆਇਨ ਮੰਡਲ ਪਾਇਆ ਜਾਂਦਾ ਹੈ, ਜਿਸ ਕਰਕੇ ਜੋ ਵਾਇਰਲੈਸ ਦਾ ਸੰਚਾਰ ਹੈ ਉਹ ਸੰਭਵ ਹੋ ਸਕਿਆ ਹੈ। ਆਇਨ ਮੰਡਲ ਵਿੱਚ ਬਹੁਤ ਬਿਜਲੀ ਕਣ ਪਾਏ ਜਾਂਦੇ ਹਨ। ਬਿਲਕੁਲ ਸਹੀ ਹੈ। ਇੱਥੇ ਬਹੁਤ ਬਿਜਲੀ ਅਣੂ ਪਾਏ ਜਾਂਦੇ ਹਨ, ਜਿਸ ਕਰਕੇ ਸਾਡੀ ਵਾਇਰਲੈਸ ਪ੍ਰਣਾਲੀ ਸ਼ੁਰੂ ਹੁੰਦੀ ਹੈ। ਇਸ ਤੋਂ ਅੱਗੇ ਸਾਡੇ ਇਹੀ ਕੁਐਸਚਨ ਸਾਡੇ ਅੰਗਰੇਜ਼ੀ ਮੀਡੀਅਮ 'ਚ ਨੇ। ਟੈਂਪਰੇਚਰ ਸਟਾਰਟਸ ਰੇਜ਼ਿੰਗ ਐਜ਼ ਵੀ ਗੋ ਹਾਈ ਅਬਾਊਂਡ ਦਾ ਮੀਜ਼ੋਸਫੀਅਰ। ਜਦੋਂ ਅਸੀਂ ਮੱਧਵਰਤੀ ਮੀਜ਼ੋਸਫੀਅਰ ਤੋਂ ਉੱਪਰ ਜਾਂਦੇ ਹਾਂ ਤਾਂ ਤਾਪਮਾਨ ਵਧਣਾ ਸ਼ੁਰੂ ਹੁੰਦਾ, ਇਜ਼ ਕਾਲਡ ਐਜ਼ ਥਰਮੋਸਫੀਅਰ। ਦੇਅਰ ਆਰ ਮਚ ਲੈਸ ਕੰਟੈਂਟਸ ਆਫ ਗੈਸਿਜ਼ ਇਨ ਦਿਸ ਲੇਅਰ। ਇਸ ਪਰਤ ਦੇ ਵਿੱਚ ਗੈਸਾਂ ਦੀ ਮਾਤਰਾ ਬਹੁਤ ਘੱਟ ਹੈ। ਦ ਲੋਐਸਟ ਲਿਮਟ ਆਫ ਥਰਮੋਸਫੀਅਰ ਇਜ਼ ਨਾਊਨ ਐਜ਼ ਆਇਨੋਸਫੀਅਰ। ਜੋ ਇਹਦੀ ਹੇਠਲੀ ਪਰਤ ਹੈ ਉਸਨੂੰ ਆਇਨੋਸਫੀਅਰ ਕਿਹਾ ਜਾਂਦਾ, ਵਿਚ ਐਕਸਟੈਂਡਸ ਅਪ ਟੂ 100 ਕਿਲੋਮੀਟਰ ਟੂ 300 ਕਿਲੋਮੀਟਰ, ਜਿਹੜੀ 100 ਕਿਲੋਮੀਟਰ ਤੋਂ ਲੈ ਕੇ 300 ਕਿਲੋਮੀਟਰ ਤੱਕ ਜਾਂਦੀ ਹੈ। ਇਟ ਕੰਟੇਨਸ ਇਲੈਕਟ੍ਰੀਕਲੀ ਚਾਰਜ ਪਾਰਟੀਕਲਸ ਵਿਚ ਹੈਲਪ ਇਨ ਰਿਫਲੈਕਸ਼ਨ ਆਫ ਰੇਡੀਓ ਵੇਵਜ਼ ਬੈਕ ਟੂ ਦਾ ਅਰਥ। ਇਸ ਦੇ ਵਿੱਚ ਬਿਜਲੀ ਅਣੂ ਪਾਏ ਜਾਂਦੇ ਹਨ, ਜਿਹੜੇ ਰੇਡੀਓ ਤਰੰਗਾਂ ਨੂੰ ਧਰਤੀ 'ਤੇ ਵਾਪਸ ਆਉਣ ਵਿੱਚ ਮਦਦ ਕਰਦੀਆਂ ਹਨ। ਦ ਅਪਰ ਲਿਮਟ ਆਫ ਦਾ ਲੇਅਰ ਇਜ਼ ਕਾਲਡ ਐਕਜ਼ੋਸਫੀਅਰ। ਜੋ ਇਸ ਦੀ ਬਾਹਰੀ ਪਰਤ ਹੈ, ਬਾਹਰਲੇ ਪਰਤ ਹੈ, ਉਸ ਨੂੰ ਅਸੀਂ ਐਕਜ਼ੋਸਫੀਅਰ ਜਾਂ ਬਾਹਰੀ ਮੰਡਲ ਕਹਿੰਦੇ ਹਾਂ। ਇਸ ਦੀ ਹੇਠਲੀ ਪਰਤ ਨੂੰ ਕਹਿੰਦੇ ਹਾਂ ਆਇਨੋਸਫੀਅਰ। ਆਇਨੋਸਫੀਅਰ ਕਹਿੰਦੇ ਹਾਂ ਹੇਠਲੀ ਪਰਤ ਨੂੰ, ਅਤੇ ਬਾਹਰਲੀ ਪਰਤ ਨੂੰ ਅਸੀਂ ਕਹਿੰਦੇ ਹਾਂ ਐਕਜ਼ੋਸਫੀਅਰ। ਇਟ ਇਜ਼ ਕੰਸੀਡਰਡ ਟੂ ਹੈਵ ਦਾ ਗੈਸਿਜ਼ ਵਿਦ ਲੋ ਡੈਂਸਿਟੀ ਲਾਈਕ ਹਾਈਡਰੋਜਨ ਐਂਡ ਹੀਲੀਅਮ। ਇਸ ਵਿੱਚ ਹਾਈਡਰੋਜਨ ਅਤੇ ਹੀਲੀਅਮ ਘੱਟ ਘਣਤਾ ਵਾਲੀਆਂ ਗੈਸਾਂ ਇਹ ਮਿਲਦੀਆਂ ਨੇ। ਵਟ ਇਜ਼ ਥਰਮੋਸਫੀਅਰ? ਤਾਂ ਸਭ ਤੋਂ ਪਹਿਲਾਂ ਹੈ ਟੈਂਪਰੇਚਰ ਸਟਾਰਟਸ ਰਾਈਜ਼ਿੰਗ ਐਜ਼ ਵੀ ਗੋ ਹਾਈ and the mesosphere is called thermosphere. What is exosphere? The upper limit of the layer is called exosphere. Fill in the blanks. There are much less content of gases in the thermosphere. ਘੱਟ ਹੁੰਦੀਆਂ ਨੇ ਗੈਸਾਂ ਇੱਥੇ। Exosphere contains the gases with low density. ਘੱਟ ਘਣਤਾ ਵਾਲੀਆਂ ਗੈਸਾਂ ਮਿਲਦੀਆਂ ਹਨ। ਅਤੇ ਹੇਠਾਂ ਇਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੇ ਹੋਏ ਹਨ, ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਧੰਨਵਾਦ।